ਪੜ੍ਹੋ ਸੁਣੋ ਦੇਖੋ ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਹਰੂਪਧਾਰਾ ਦੇ 6ਵੇਂ ਕਾਂਡ ਦਾ ਇਹ ਚੌਥਾ ਭਾਗ। ਪਰ ਮਿੱਥੀ ਤਾਰੀਖ ਹਰਨੇਕ ਨੇ ਟਰੱਕ ਬਾਰ ਅੱਗੇ ਲਿਆ ਖੜਾ ਕੀਤਾ। ਰੂਪ ਨੂੰ ਹਰਨੇਕ ਦੇ ਆਉਣ ਦੀ ਕੋਈ ਝਾਕ ਨਹੀਂ ਸੀ। ਬੱਚਿਆਂ ਨੂੰ ਮਿਲਣ ਦੇ ਉਤਸ਼ਾਹ ਕਾਰਨ ਉਹ ਹਰਨੇਕ ਨੂੰ ਦੇਖ ਕੇ ਖੁਸ਼ ਹੋਣੋਂ ਨਾ ਰਹਿ ਸਕੀ। ਉਹ ਪ੍ਰਸੰਨ ਹੋਈ ਸਰਲਾ ਨੂੰ ਆਖਣ ਲੱਗੀ, ਸੂਰੋ ਤੂੰ ਚਾਹ ਤਿਆਰ ਕਰ, ਮੈਂ ਮਾਸਟਰ ਤੇ ਪ੍ਰਿੰਸੀਪਲ ਨੂੰ ਬੁਲਾ ਲਿਆਵਾਂ। ਜਾਂਦੀ ਵਾਰ ਦੀ ਚਾਹ ਇਕੱਠੇ ਪੀ ਲਈਏ। ਮੈਂ ਬੀਬੀ ਹੇਠੋਂ ਮਠਿਆਈ ਨਾ ਲਿਆਵਾਂ। ਹਰਨੇਕ ਨੇ ਚਾਹ ਸਾਂਝਾ ਕਰਦਿਆਂ ਕਿਹਾ, ਕਦੇ ਕਦੇ ਤੂੰ ਕੰਮ ਦੀ ਗੱਲ ਕਰਦਾ ਏਂ। ਰੂਪਨੇਕ ਉੱਤੇ ਲੋੜ ਤੋਂ ਵੱਧ ਮਿਹਰਬਾਨ ਸੀ। ਹਰਨੇਕ ਹੇਠਾਂ ਉਤਰ ਗਿਆ। ਸਰਲਾ ਨੇ ਹੌਕਾ ਭਰ ਕੇ ਆਖਿਆ, ਰੂਪੋ ਹੁਣ ਆਪਾਂ ਵਿਛੜ ਜਾਵਾਂਗੀਆਂ, ਸੌ ਮਾਤਾ ਦੀ ਜੀ ਖੁੱਸਦਾ ਏ। ਰੂਪ ਨੇ ਪਿਆਰ ਨਾਲ ਗੱਲ ਥਾਪੜਦਿਆਂ ਘੁੱਟ ਕੇ ਜੱਫੀ ਪਾ ਲਈ। ਸਰਲਾ ਮੈਨੂੰ ਇਉਂ ਜਾਪਦਾ ਏ ਇਹ 3-4 ਮਹੀਨੇ ਮੇਰੀ ਯਾਦ ਦਾ ਸੁਨਹਿਰੀ ਹਿੱਸਾ ਰਹਿਣਗੇ। ਆਪਣੇ ਮਾਸਟਰਾਂ ਤੇ ਸਾਥਣਾਂ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗੀ। ਤੇ ਸੂਰੋ ਤੈਨੂੰ ਤਾਂ ਮੈਂ ਸਕੀਆਂ ਭੈਣਾਂ ਨਾਲੋਂ ਵੀ ਵੱਧ ਪਿਆਰ ਕੀਤਾ ਏ। ਅੱਛਾ ਤੂੰ ਚਾਹ ਬਣਾ। ਇੰਨਾ ਆਖ ਉਹ ਪੌੜੀਆਂ ਉਤਰ ਗਈ। ਸਰਲਾ ਨੇ ਹਾਲੇ ਮਸੀਂ ਸਟੋਵ ਬਾਲਿਆ ਸੀ ਜਦ ਨੂੰ ਹਰਨੇਕ ਮਿਠਾਈ ਵਾਲਾ ਲਿਫਾਫਾ ਲੈ ਕੇ ਆ ਗਿਆ। ਹਰਨੇਕ ਨੇ ਇਹ ਕਾਹਲੀ ਜਾਣ ਕੇ ਕੀਤੀ ਸੀ ਤਾਂ ਕਿ ਰੂਪ ਦੀ ਅਣਹੋਂਦ ਵਿੱਚ ਸਰਲਾ ਨਾਲ ਦਿਲ ਦੀਆਂ ਗੱਲਾਂ ਕਰ ਸਕੇ। ਇਸ ਗੱਲ ਦਾ ਹਰਨੇਕ ਨੂੰ ਯਕੀਨ ਹੋ ਗਿਆ ਸੀ ਕਿ ਸਰਲਾ ਨੇ ਰੂਪ ਨੂੰ ਕੁਝ ਨਹੀਂ ਦੱਸਿਆ ਤੇ ਅੰਦਰੋਂ ਉਹ ਪਿਆਰ ਜ਼ਰੂਰ ਕਰਦੀ ਏ। ਇਸ ਵੇਲੇ ਹਰਨੇਕ ਦਾ ਦਿਲ ਦੁੱਧ ਮਠਿਆਈ ਹੋਇਆ ਪਿਆ ਸੀ। ਸਰਲਾ ਨੂੰ ਵੀ ਖੁੜਕ ਸੀ ਹਰਨੇਕ ਜ਼ਰੂਰ ਕੋਈ ਗੱਲ ਤੋਰੇਗਾ। ਇਸ ਲਈ ਉਸ ਦਾ ਦਿਲ ਉਖੜਿਆ ਉਖੜਿਆ ਧੜਕ ਰਿਹਾ ਸੀ। ਨੇਕ ਨੇ ਸਰਲਾ ਨੂੰ ਵੇਖਣ ਲਈ ਪੂਰੀਆਂ ਅੱਖਾਂ ਖੋਲ੍ਹ ਲਈਆਂ। ਸਰਲਾ ਜੇ ਮੈਂ ਕਦੇ ਤੈਨੂੰ ਕੋਈ ਦੁਖੀ ਕਰਨ ਵਾਲੀ ਗੱਲ ਕਹਿ ਦਿੱਤੀ ਹੋਵੇ ਤੂੰ ਮੈਨੂੰ ਮਾਫ ਕਰੀਂ। ਹਰਨੇਕ ਨੇ ਇਹ ਗੱਲ ਇਸ ਤਰ੍ਹਾਂ ਆਖੀ ਜਿਵੇਂ ਕਿਸੇ ਫਿਲਮ ਦਾ ਹੀਰੋ ਹੁੰਦਾ ਏ। ਜਜ਼ਬਾਤ ਘੁੱਟੀ ਬੈਠੀ ਵਿਚਾਰੀ ਕੁੜੀ ਤੋਂ ਕੁਝ ਵੀ ਨਾ ਆਖ ਹੋਇਆ, ਪਰ ਉਹ ਹਰਨੇਕ ਦੇ ਬੋਲ ਨਾਲ ਪਸੀਜ ਜ਼ਰੂਰ ਗਈ। ਸਰਲਾ ਨੇ ਬੁੱਲ ਖੋਲਦਿਆਂ ਨੇਕ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਕਹਿ ਰਹੀ ਹੋਵੇ, ਤੂੰ ਮੈਨੂੰ ਕੁਝ ਵੀ ਨਹੀਂ ਆਖਿਆ। ਮੈਂ ਉਸ ਦਿਨ ਦਾ ਤੇਰੀ ਯਾਦ 'ਚ ਪਾਗਲ ਹੋ ਰਿਹਾ। ਮੈਨੂੰ ਕੁਝ ਨਹੀਂ ਸੁੱਝਦਾ, ਕੀ ਕਰਾਂ। ਨੇਕ ਦੇ ਜਜ਼ਬਾਤ ਭਾਵੇਂ ਛਲਕੇ ਹੋਏ ਸਨ ਪਰ ਚੁਸਤੀ ਨਾਲ ਨਾਲ ਉਸ ਦੀ ਅਗਵਾਈ ਕਰ ਰਹੀ ਸੀ। ਸਰਲਾ ਨੇ ਫਿਰ ਕੋਈ ਜਵਾਬ ਨਾ ਦਿੱਤਾ। ਮੈਂ ਤੈਨੂੰ ਖਤ ਲਿਖਾਂ? ਨਾ ਨੇਕ। ਉਹ ਇੱਕਦਮ ਘਬਰਾ ਗਈ। ਜੇ ਤੂੰ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਮੈਂ ਰੂਪ ਨੂੰ ਦੱਸ ਦੇਵਾਂਗੀ। ਪਰ ਮੈਂ ਆਪਣੇ ਦਿਲ ਨੂੰ ਕੀ ਕਰਾਂ, ਤੂੰ ਬੜਾ ਪਾਗਲ ਮੁੰਡਾ ਏ। ਸਰਲਾ ਤੋਂ ਸੁਭਾਵਕ ਹੀ ਕਹਿ ਹੋ ਗਿਆ। ਹਰਨੇਕ ਨੇ ਗੱਲ ਸੁਣਦਿਆਂ ਹੀ ਜੀਰਾ ਕਰਕੇ ਸਰਲਾ ਦੇ ਦੋਵੇਂ ਹੱਥ ਫੜ ਲਏ। ਸਰਲਾ ਨੂੰ ਕੰਬਣੀ ਨਾਲ ਇੱਕ ਪਲ ਆਪਾ ਵੀ ਭੁੱਲ ਗਿਆ। ਫਿਰ ਉਸ ਆਪਣੇ ਹੱਥ ਖਿੱਚ ਲਏ। ਨੇਕੂ ਨਾ, ਬਸ ਠੀਕ ਹੈ। ਥਰਾਂਦੇ ਬੁੱਲਾਂ 'ਚ ਉਹ ਹੋਰ ਕੁਝ ਨਾ ਆਖ ਸਕੀ। ਸਟੋਵ ਵਿੱਚ ਫੂਕ ਥੋੜੀ ਹੋ ਗਈ ਸੀ। ਸਰਲਾ ਨੇ ਬਹਿ ਕੇ ਪੰਪ ਮਾਰਨੇ ਸ਼ੁਰੂ ਕਰ ਦਿੱਤੇ। 1-2 ਮਿੰਟ ਦੀ ਚੁੱਪ ਪਿੱਛੋਂ ਉਹਨਾਂ ਪੌੜੀਆਂ 'ਚੋਂ ਖੜਾਕ ਸੁਣਿਆ। ਰੂਪ, ਪ੍ਰਿੰਸੀਪਲ ਅਤੇ ਸਚਦੇਵ ਆ ਗਏ ਸਨ। ਰੂਪ ਨੇ ਆਉਂਦਿਆਂ ਹੀ ਪੁੱਛਿਆ, ਕਿਉਂ ਸਰਲਾ, ਚਾਹ ਤਿਆਰ ਹੋ ਗਈ? ਬਸ ਤਿਆਰ ਹੀ ਸਮਝੋ ਭੈਣ ਜੀ, ਦੁੱਧ ਨੂੰ ਉਬਾਲਾ ਆਉਣ ਵਾਲਾ ਏ। ਚੁਬਾਰੇ 'ਚ ਵਾਹਵਾ ਰੌਣਕ ਹੋ ਗਈ ਸੀ। ਰੂਪ ਨੇ ਪ੍ਰਿੰਸੀਪਲ ਨੂੰ ਆਖਿਆ, ਪ੍ਰਿੰਸੀਪਲ ਜੀ ਜੇ ਮੈਂ ਪਾਸ ਹੋ ਗਈ ਮੈਨੂੰ ਬੇਸਿਕ ਵਿੱਚ ਤੁਸਾਂ ਦਾਖਲ ਕਰਵਾਉਣਾ ਏ। ਤੁਹਾਡੇ ਬਿਨਾਂ ਮੇਰੇ ਕੋਲ ਕੋਈ ਸਿਫਾਰਿਸ਼ ਨਹੀਂ। ਉਹ ਫੇਲ ਤੈਨੂੰ ਕੌਣ ਕਰ ਦੇਵੇਗਾ, ਇਹ ਤਾਂ ਤੂੰ ਸੋਚ ਹੀ ਨਾ। ਸਚਦੇਵ ਪ੍ਰਿੰਸੀਪਲ ਤੋਂ ਪਹਿਲਾਂ ਹੀ ਬੋਲ ਪਿਆ। ਬਾਕੀ ਰਿਹਾ ਬੇਸਿਕ 'ਚ ਦਾਖਲੇ ਦਾ, ਪਹਿਲਾਂ ਪ੍ਰਿੰਸੀਪਲ ਜ਼ੋਰ ਲਾ ਲੈਣ। ਜੇ ਇਹਨਾਂ ਤੋਂ ਅੜ ਗਿਆ ਇੱਥੇ ਮਿਸ਼ਨ ਸਕੂਲ 'ਚ ਦਾਖਲੇ ਦਾ ਮੇਰਾ ਜ਼ਿੰਮਾ ਰਿਹਾ। ਸਚਦੇਵ ਨੇ ਹਿੱਕ ਥਾਪੜੀ। ਮਿਸ਼ਨ ਸਕੂਲ ਦੇ ਬੱਚਿਆਂ ਨੂੰ ਨਿੱਤ 2 ਘੰਟੇ ਟਿਊਸ਼ਨ ਪੜ੍ਹਾਉਂਦਾ ਹਾਂ। ਮੈਨੂੰ ਇਹ ਵੀ ਪਤਾ ਏ ਜੇ ਮੈਂ ਪੜ੍ਹਾਉਣ ਨਾ ਜਾਵਾਂ ਬੱਚੇ ਹੋਰ ਕਿਸੇ ਕੋਲੋਂ ਨਹੀਂ ਪੜ੍ਹਦੇ। ਪ੍ਰਿੰਸੀਪਲ ਨੇ ਹੱਸਦਿਆਂ ਆਖਿਆ, ਉਹ ਇਸ ਗੱਲੋਂ ਤਾਂ ਗੁਰੂ ਜੀ ਤੁਹਾਨੂੰ ਮੰਨਦੇ ਆ। ਅਗਲੇ ਦੇ ਘਰ ਵੜੇ ਨਹੀਂ ਤੇ ਪਾਟਕ ਪਾਇਆ ਨਹੀਂ। ਤੇਰੇ ਤੇ ਨਾਰਦ ਵਿੱਚ ਕੀ ਫਰਕ ਹੈ? ਸਾਰੇ ਚੁਬਾਰੇ 'ਚ ਹਾਸਾ ਫੈਲ ਗਿਆ। ਸ਼੍ਰੀਮਾਨ ਜੀ ਖਰੜ ਗਿਆਨ ਦੇ ਮੁਕਾਬਲੇ ਵਿੱਚ ਸਾਇੰਟੀਫਿਕ ਨਜ਼ਰੀਆ ਲੜਦਾ ਏ। ਉਹ ਨਹੀਂ ਤਾਂ ਸਾਨੂੰ ਮਲੰਗਾਂ ਨੂੰ ਸ਼ਾਨਦਾਰ ਕੋਠੀਆਂ 'ਚ ਕੌਣ ਵੜਨ ਦੇਵੇ। ਇਹ ਬਿਲਕੁਲ ਸੱਚ ਸੀ ਕਿ ਸਚਦੇਵ ਸ਼ਕਲੋਂ ਅਤੇ ਪਹਿਰਾਵੇ ਵੱਲੋਂ ਚਪੜਾਸੀ ਵੀ ਨਹੀਂ ਸੀ ਜਾਪਦਾ, ਪਰ ਉਸ ਦੇ ਸੁਲਝੇ ਵਿਚਾਰਾਂ ਅਤੇ ਕਹਿ ਦੇਣ ਦੀ ਜੁਰਤ ਅੱਗੇ ਸਾਰੇ ਧੌਣਾ ਸੁੱਟ ਪਾਉਂਦੇ ਸਨ। ਇੱਕ ਪਲ ਰੁਕਣ ਪਿੱਛੋਂ ਮਾਸਟਰ ਫਿਰ ਬੋਲਿਆ, ਪਰ ਕੁੜੀਏ ਤੈਨੂੰ ਇੱਕ ਵਾਅਦਾ ਕਰਨਾ ਹੋਵੇਗਾ ਕਿ ਤੂੰ ਨਿਰਾ ਆਪਣੇ ਲਈ ਹੀ ਨਹੀਂ ਸਗੋਂ ਲੋਕਾਂ ਲਈ ਵੀ ਜੀਵੇਂਗੀ। ਰੂਪ ਦਾ ਆਪੂ ਵੀ ਇਹ ਮਨ ਬਣ ਚੁੱਕਾ ਸੀ। ਵਾਹਿਗੁਰੂ ਮੈਨੂੰ ਤਾਕਤ ਬਖਸ਼ੇ, ਮੈਂ ਜ਼ਰੂਰ ਲੋਕਾਂ ਦੀ ਸੇਵਾ ਮੁੱਖ ਰੱਖਾਂਗੀ। ਸਰਲਾ ਨੇ ਚਾਹ ਪਾਉਣੀ ਸ਼ੁਰੂ ਕਰ ਦਿੱਤੀ। ਸਚਦੇਵ ਨੇ ਫਿਰ ਆਖਿਆ, ਪੁਰਾਣੇ ਵਿਚਾਰਾਂ ਨੇ ਅੱਗੇ ਕੱਖ ਨਹੀਂ ਸਵਾਰਿਆ ਤੇ ਹੁਣ ਇਹ ਨਿਕੰਮੇ ਹੋ ਗਏ ਹਨ। ਇਸ ਦੇ ਉਲਟ ਇਨਸਾਨ ਦੀ ਤਾਕਤ ਤੇ ਅਕਲ ਨੇ ਮਿਹਨਤੀ ਬਣ ਕੇ ਇਹ ਸਭ ਦੁਨੀਆ ਉਸਾਰੀ ਹੈ। ਜਿਹੜੇ ਜੇਰਾ ਕਰਕੇ ਅਮਲ ਦੇ ਮੈਦਾਨ ਵਿੱਚ ਕੁੱਦ ਪੈਣਗੇ ਉਹਨਾਂ ਦੇ ਘੋੜਿਆਂ ਦੀ ਵਾਗ ਕਿਸੇ ਨਹੀਂ ਰੋਕਣੀ। ਸੁਣਨ ਵਾਲਿਆਂ ਦੀਆਂ ਰਗਾਂ ਦਾ ਲਹੂ ਗਰਮ ਹੋ ਗਿਆ। ਇੱਕ ਪ੍ਰਿੰਸੀਪਲ ਹੀ ਸੀ ਜਿਸ ਦੇ ਥੰਦੇ ਅਧਿਆਤਮੀ ਵਿਚਾਰਾਂ ਉੱਤੇ ਕੋਈ ਅਸਰ ਨਹੀਂ ਸੀ ਹੋਇਆ।
ਮੇਜ਼ ਖਿੱਚ ਕੇ ਵਿਚਕਾਰ ਕਰ ਲਈ ਅਤੇ ਮਠਿਆਈ ਇੱਕ ਥਾਲੀ ਵਿੱਚ ਪਲਟ ਦਿੱਤੀ ਗਈ। ਹੁਣ ਗੱਲਾਂ ਨਾਲ ਖਾਣ ਪੀਣ ਵੱਲ ਵੀ ਹੱਥ ਚੱਲਣੇ ਸ਼ੁਰੂ ਹੋ ਗਏ। ਰੂਪ ਮੁੜ ਕੇ ਸਰਲਾ ਵੱਲ ਦੇਖਦੀ ਹੱਸ ਰਹੀ ਸੀ, ਪਰ ਅੱਜ ਉਹ ਬਿਲਕੁਲ ਸੁਸਤ ਸੀ। ਉਸ ਦੇ ਅੰਦਰ ਹਰਨੇਕ ਬਾਰੇ ਗੜਬੜ ਮੁੱਕੀ ਨਹੀਂ ਸੀ ਅਤੇ ਰੂਪ ਤੋਂ ਵਿਛੜਦੀ ਉਹ ਥੋੜੀ ਹੋ ਜਾ ਰਹੀ ਸੀ। ਜਿੱਥੋਂ ਤੱਕ ਤੁਹਾਡੇ ਵਿਚਾਰਾਂ ਦਾ ਤਅੱਲਕ ਹੈ, ਪ੍ਰਿੰਸੀਪਲ ਨੇ ਗੰਭੀਰ ਹੁੰਦਿਆਂ ਆਖਿਆ, ਬਹੁਤ ਅੱਛੇ ਹਨ, ਪਰ ਇਹਨਾਂ ਨੂੰ ਅਮਲ 'ਚ ਲਿਆਉਣ ਵੇਲੇ ਤੁਸੀਂ ਤਿੰਨ ਕਾਣੇ ਹੋ ਕੇ ਰਹਿ ਜਾਂਦੇ ਹੋ। ਪ੍ਰਿੰਸੀਪਲ ਸਾਹਿਬ, ਗਲਾਸ ਠੱਕ ਮੇਜ਼ ਤੇ ਰੱਖਦਿਆਂ ਸਚਦੇਵ ਬੋਲ ਪਿਆ, ਨਿਰੇ ਵਿਚਾਰਾਂ ਦੀ ਤਿੰਨ ਕਾਣੇ ਅਹਿਮੀਅਤ ਨਹੀਂ, ਅਮਲ ਹੀ ਅਸਲ ਗਿਆਨ ਹੈ, ਅਮਲ ਹੀ ਸੋਸ਼ਲ ਸੰਬੰਧ ਹੈ ਅਤੇ ਅਮਲ ਹੀ ਸੱਚਮੁੱਚ ਦੀ ਦੁਨੀਆ ਹੈ। ਬਾਕੀ ਸਭ ਕੁਝ ਸ਼ੇਖ ਚੀਲੀਆਂ ਵਾਲੀ ਕਲਪਨਾ ਹੈ। ਸ਼੍ਰੀਮਾਨ ਜੀ, ਤੁਸੀਂ ਇਸ ਬਹਿਸ ਤੋਂ ਕੀ ਲੈਣਾ ਹੈ? ਗੀਤਾ ਪੜ੍ਹਿਆ ਕਰੋ ਅਤੇ ਰਘੂਪਤੀ ਰਾਘਵ ਰਾਜਾ ਰਾਮ ਗਾਇਆ ਕਰੋ। ਐਤਕੀ ਦੀ ਚੋਟ ਪ੍ਰਿੰਸੀਪਲ ਤੇ ਆ ਪਈ ਤੇ ਸਾਰੇ ਹੱਸ ਪਏ। ਚਾਹ ਨਾਲ ਬਹਿਸ ਚੱਲਦੀ ਰਹੀ ਅਤੇ ਸ਼ੁਗਲ ਵੀ ਹੁੰਦਾ ਰਿਹਾ। ਹੇਠੋਂ ਟਰੱਕ ਦੇ ਹਾਰਨ ਦੀ ਆਵਾਜ਼ ਆਈ। ਸ਼ਾਇਦ ਡਰਾਈਵਰ ਤੰਗ ਪੈ ਗਿਆ ਸੀ। ਮੈਂ ਡਰਾਈਵਰ ਨੂੰ ਚਾਹ ਦੇ ਆਵਾਂ? ਹਰਨੇਕ ਨੇ ਗਲਾਸ ਚਾਹ ਪਾਉਂਦਿਆਂ ਕਿਹਾ। ਇਹ ਚਾਹ ਮੰਗਣ ਦਾ ਚੰਗਾ ਤਰੀਕਾ ਹੈ। ਸਚਦੇਵ ਦੀ ਇੰਨੀ ਗੱਲ ਨਾਲ ਸਰਲਾ ਦੀ ਚਾਹ ਨਾਸਾ ਰਾਹੀਂ ਬਾਹਰ ਆ ਗਈ। ਸ਼ੁਗਲ 15-20 ਮਿੰਟ ਹੋਰ ਚੱਲਦਾ ਰਿਹਾ। ਸਮਾਨ ਪਹਿਲੋਂ ਹੀ ਸਾਰਾ ਬੰਨਿਆ ਪਿਆ ਸੀ। ਹੱਥੋਂ ਹੱਥੀ ਭਾਂਡੇ ਸਾਫ਼ ਕਰਕੇ ਇੱਕ ਬੋਰੀ ਵਿੱਚ ਪਾ ਲਏ। ਨੇਕ ਅਤੇ ਮਾਸਟਰ ਜੀ ਨੇ ਸਾਰਾ ਸਮਾਨ ਚੁੱਕ ਕੇ ਟਰੱਕ ਵਿੱਚ ਰੱਖ ਦਿੱਤਾ। ਰੂਪ ਸਰਲਾ ਨੂੰ ਜੱਫੀ 'ਚ ਲਈ ਥੱਲੇ ਉਤਰੀ। ਨੇਕ ਨੇ ਟਰੱਕ ਦੀ ਬਾਰੀ ਖੋਲ੍ਹ ਦਿੱਤੀ। ਰੂਪ ਨੇ ਪ੍ਰਿੰਸੀਪਲ ਅਤੇ ਮਾਸਟਰ ਜੀ ਨੂੰ ਹੱਥ ਜੋੜਦਿਆਂ ਆਖਿਆ, ਮੇਰੀਆਂ ਭੁੱਲਾਂ ਨੂੰ ਖਿਮਾ ਦੇਣੀ, ਮੈਂ ਜ਼ਿੰਦਗੀ ਭਰ ਤੁਹਾਡਾ ਦੇਣ ਨਹੀਂ ਦੇ ਸਕਾਂਗੀ। ਬੇਟੀ, ਇਹ ਸਾਡਾ ਫਰਜ਼ ਸੀ। ਪ੍ਰਿੰਸੀਪਲ ਨੇ ਮੋਢੇ ਤੇ ਪਿਆਰ ਦਿੰਦਿਆਂ ਰਿਵਾਜ਼ਨ ਆਖਿਆ। ਕੁੜੀਏ, ਇਹਨਾਂ ਫੋਕੀਆਂ ਗੱਲਾਂ ਦੀ ਕੋਈ ਲੋੜ ਨਹੀਂ, ਮਾਸਟਰ ਨੇ ਵਿਦਾਇਗੀ ਵਜੋਂ ਕਿਹਾ। ਜ਼ਿੰਦਗੀ ਵਿੱਚ ਕੁਝ ਕਰਨ ਦੇ ਮੌਕੇ ਹੀ ਮੌਕੇ ਹਨ। ਜੋ ਅਸਾਂ ਤੇਰੇ ਲਈ ਕੀਤਾ ਹੈ, ਤੂੰ ਕਿਸੇ ਹੋਰ ਲੋੜਵੰਦ ਲਈ ਕਰ ਸਕਦੀ ਹੈ। ਇਸ ਤਰ੍ਹਾਂ ਲੋਕ ਹਿੱਤਾਂ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ। ਟਰੱਕ ਸਟਾਰਟ ਹੋਇਆ ਵੇਖ ਕੇ ਸਰਲਾ ਨੇ ਅੱਖਾਂ ਭਰ ਲਈਆਂ। ਰੂਪ ਦਾ ਵੀ ਮਨ ਭਰ ਆਇਆ। ਸਚਦੇਵ ਤੋਂ ਫਿਰ ਆਖਣੋਂ ਨਾ ਰਹਿ ਹੋਇਆ। ਨਿੱਕੀਆਂ ਨਿੱਕੀਆਂ ਗੱਲਾਂ ਤੇ ਤੁਸੀਂ ਅੱਖਾਂ ਭਰਦੀਆਂ ਹੋ। ਜ਼ਿੰਦਗੀ ਦੀ ਮਹਾਨ ਜੱਦੋ-ਜਹਿਦ ਵਿੱਚ ਕੀ ਪੂਰੀਆਂ ਪਾਉਂਗੀਆਂ? ਨਹੀਂ ਮਾਸਟਰ ਜੀ, ਉਹ ਵੀ ਕੀ ਦਿਲ ਹੋਇਆ ਜਿਹੜਾ ਵਿਛੜਦਿਆਂ ਭਰ ਨਾ ਆਵੇ। ਰੂਪ ਨੇ ਇੰਨਾ ਆਖਦਿਆਂ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਟਰੱਕ ਵਿੱਚ ਬਹਿ ਗਈ। ਉਸ ਬਾਰੀ ਚੋਂ ਸਾਰਿਆਂ ਵੱਲ ਹੱਥ ਜੋੜੇ। ਹਰਨੇਕ ਨੇ ਵੀ ਤੁਰਦੇ ਟਰੱਕ ਚੋਂ ਹੱਥ ਹਿਲਾਇਆ। ਸਰਲਾ ਨੇ ਥਾਵੇਂ ਖਲੋਤਿਆਂ ਲੰਮਾ ਹੌਕਾ ਲਿਆ। ਟਰੱਕ ਮੁੜਨ ਤੱਕ ਰੂਪ ਮੂੰਹ ਬਾਹਰ ਕੱਢ ਕੇ ਹੱਥ ਹਿਲਾਉਂਦੀ ਰਹੀ। ਸ਼ਹਿਰੋਂ ਬਾਹਰ ਟਰੱਕ ਚੁੰਗੀ ਤੇ ਆ ਕੇ ਰੁਕ ਗਿਆ। ਜਦ ਰੂਪ ਨੇ ਜੈਬੂ ਨੂੰ ਖੜਾ ਵੇਖਿਆ, ਉਸ ਦਾ ਮੱਥਾ ਠਣਕਿਆ। ਉਸ ਦੀਆਂ ਖੁਸ਼ੀਆਂ ਅਤੇ ਚਾਅ ਇੱਕਦਮ ਸਲਾਬੇ ਗਏ। ਉਸ ਪਹਿਲੋਂ ਸਮਝਿਆ ਸੀ ਕਿ ਹਰਨੇਕ ਦੀ ਇੱਕ ਗਲਤੀ ਕਾਰਨ ਇੱਕ ਅਨੋਬੜ ਤੇ ਬੁਰੇ ਬੰਦੇ ਨਾਲ ਵਾਹ ਪਿਆ ਸੀ ਤੇ ਹਮੇਸ਼ਾ ਲਈ ਖਤਮ ਹੋ ਗਿਆ ਸੀ। ਪਰ ਉਸ ਨੂੰ ਟਰੱਕ ਰੋਕਦਿਆਂ ਵੇਖ ਅੰਦਰੇ ਅੰਦਰ ਤਲਖੀ ਨਾਲ ਭਰ ਗਈ। ਚੇਤੂ, ਤੂੰ ਅੱਜ ਛੁੱਟੀ ਮਨਾ ਲੈ, ਟਰੱਕ ਮੈਂ ਲੈ ਜਾਵਾਂਗਾ। ਜੈਬੂ ਨੇ ਆਪਣੇ ਡਰਾਈਵਰ ਨੂੰ ਥੱਲੇ ਲੈ ਆਉਣ ਦੀ ਨੀਅਤ ਨਾਲ ਆਖਿਆ। ਚੰਗਾ ਜੀ। ਟਰੱਕ ਨੂੰ ਸਟਾਰਟ ਛੱਡ ਕੇ ਡਰਾਈਵਰ ਥੱਲੇ ਉਤਰ ਆਇਆ। ਜੈਬੂ ਨਾਲ ਖਲੋਤਾ ਕਲੀਨਰ ਝੱਟ ਪਿੱਛੋਂ ਦੀ ਚੜ੍ਹ ਕੇ ਹਰਨੇਕ ਕੋਲ ਆ ਬੈਠਾ। ਜੈਬੂ ਬਹੁਤ ਹੀ ਖੁਸ਼ ਅਤੇ ਧੋਬੀ ਧੋਤੇ ਚਾਦਰਾ ਕਮੀਜ਼ ਪਾਈ ਰੂਪ ਦੇ ਬਰਾਬਰ ਆ ਬੈਠਾ। ਔਲੇ ਦੀ ਸੁਗੰਧੀ ਉਸ ਦੀ ਕਰੜ ਬਰੜੀ ਦਾੜੀ ਚੋਂ ਭੁਬੁੱਕੇ ਵਾਂਗ ਉੱਠ ਰਹੀ ਸੀ। ਰੂਪ ਨੇ ਨੱਕ ਚੜਾਉਂਦਿਆਂ ਆਖਿਆ, ਨੇਕ, ਤੂੰ ਅੱਗੇ ਆ ਜਾ। ਨਹੀਂ, ਤੁਸੀਂ ਔਖੇ ਹੋਵੋਗੇ। ਜੈਬੂ ਨੇ ਨੇਕ ਤੋਂ ਪਹਿਲਾਂ ਹੀ ਕਹਿ ਦਿੱਤਾ ਅਤੇ ਟਰੱਕ ਤੋੜ ਦਿੱਤਾ। ਚਲੋ ਬੈਠੇ ਰਹੋ ਬੀਬੀ ਜੀ, ਨੇਕ ਨੇ ਪਿਛਲੀ ਮੋਰੀ ਰਾਹੀਂ ਕਹਿ ਦਿੱਤਾ। ਉਂਝ ਉਹ ਸਮਝਦਾ ਸੀ ਕਿ ਜੈਬੂ ਮੇਰੇ ਨਾਲ ਹੱਦ ਕਰ ਗਿਆ ਏ। ਜਿਸ ਡਰਾਈਵਰ ਦਾ ਲਾਰਾ ਦੇ ਕੇ ਹੁਣ ਆਪ ਸਟੀਅਰਿੰਗ ਸੰਭਾਲ ਲਿਆ ਏ। ਹਰਨੇਕ ਨੂੰ ਦੱਸਿਆ ਗਿਆ ਸੀ ਚੇਤੂ ਨੇ ਖਾਲੀ ਟਰੱਕ ਲੈ ਕੇ ਫਿਰੋਜ਼ਪੁਰ ਜਾਣਾ ਏ। ਰੂਪ ਲਈ ਮਨ ਮਾਰੇ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਉਹ ਅਜੈਬ ਸਿੰਘ ਤੋਂ ਵਿੱਥ ਕਰਕੇ ਬਾਰੀ ਨਾਲ ਲੱਗ ਕੇ ਬਹਿ ਗਈ। ਜੈਬੂ ਦੀ ਖਾਹਸ਼ ਸੀ ਕਿ ਉਹ ਉਸ ਨਾਲ ਲੱਗ ਕੇ ਬੈਠਦੀ। ਅੱਜ ਦੇ ਮੌਕੇ ਲਈ ਉਸ ਪੂਰੀ ਤਿਆਰੀ ਖਿੱਚੀ ਹੋਈ ਸੀ। ਦਾੜੀ ਵਿੱਚ ਕੈਂਚੀ ਫੇਰੀ ਹੋਈ ਸੀ। ਪੱਗ ਨੂੰ ਲਾਜਵਰ ਨਾਲ ਸਜਾਇਆ ਹੋਇਆ ਸੀ। ਹੇਠਾਂ ਉੱਤੇ ਦੋਹਾਂ ਸ਼ਮਲਿਆਂ ਅਤੇ ਮੁੱਛਾਂ 'ਚ ਪਾਏ ਜ਼ਬਰਦਸਤੀ ਮੋੜਾਂ ਨੇ ਉਸ ਨੂੰ ਗੱਭਰੂ ਨਹੀਂ ਤਾਂ ਸ਼ੌਕੀਨ ਜ਼ਰੂਰ ਬਣਾ ਦਿੱਤਾ ਸੀ। ਉਹ ਸੋਚ ਰਿਹਾ ਸੀ, ਐਨੇ ਪੈਸੇ ਖੁਆਉਣ ਪਿੱਛੋਂ ਵੀ ਰੂਪ ਅੱਖ ਨਹੀਂ ਮਿਲਾਉਂਦੀ। ਆਖਰ ਗੱਲ ਕੀ ਹੈ? ਗੱਲ ਉਸ ਦੀ ਸਮਝ ਬਿਲਕੁਲ ਨਾ ਆਈ ਤੇ ਹੁਣ ਉਸ ਦੀਆਂ ਆਸਾਂ ਉੱਤੇ ਹਮੇਸ਼ਾ ਲਈ ਪਾਣੀ ਫਿਰ ਰਿਹਾ ਸੀ। ਪਰ ਉਸ ਮਨ ਬਣਾ ਲਿਆ, ਹਰਨੇਕ ਤੋਂ ਉਸ ਦੇ ਘਰਦਿਆਂ ਤੱਕ ਸਬੰਧ ਵਧਾ ਲੈਣੇ ਹਨ। ਉਹ ਜੇ ਰੂਪ ਨੂੰ ਦੇਖ ਕੇ ਮੋਇਆ ਨਹੀਂ ਸੀ ਤਦ ਫੱਟੜ ਜ਼ਰੂਰ ਹੋ ਗਿਆ ਸੀ। ਜਿਹੜਾ ਟਰੱਕ 60 ਮੀਲ ਫੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦਾ ਸੀ, ਜੈਬੂ ਨੇ 20 ਮੀਲ ਤੋਂ ਵੱਧ ਨਹੀਂ ਸੀ ਭਜਾਇਆ। ਉਹ ਰੂਪ ਦਾ ਵੱਧ ਤੋਂ ਵੱਧ ਸਾਥ ਮਾਨਣਾ ਚਾਹੁੰਦਾ ਸੀ। ਪਹਿਲੋਂ ਉਸ ਲੰਮੇ ਹੌਕੇ ਲਏ ਅਤੇ ਬਾਰ-ਬਾਰ ਰੂਪ ਵੱਲ ਮੂੰਹ ਭਵਾਉਂਦਾ ਰਿਹਾ। ਭਾਵੇਂ ਚੱਲ ਰਹੇ ਇੰਜਣ ਦਾ ਕਿੰਨਾ ਸ਼ੋਰ ਸੀ ਅਤੇ ਰੂਪ ਬਾਰੀ ਵਿੱਚ ਦੀ ਪਾਸੇ ਵੀ ਵੇਖ ਰਹੀ ਸੀ,
ਪਰ ਉਹ ਭਰੀ ਪੀਤੀ ਜੈਬੂ ਦੀਆਂ ਆਪਾ ਤੋੜ ਦੀਆਂ ਹਰਕਤਾਂ ਜ਼ਰੂਰ ਭਾਂਪ ਰਹੀ ਸੀ। ਦਰਖਤ ਅਤੇ ਖੇਤ ਪਿਛਾਂਹ ਨੱਠੀ ਜਾ ਰਹੇ ਸਨ। ਨੇਕ ਬਾਰੇ ਉਸ ਦਾ ਗੁੱਸਾ ਇੰਤਹਾ ਨੂੰ ਪਹੁੰਚ ਚੁੱਕਾ ਸੀ। ਉਹ ਚਾਹੁੰਦੀ ਸੀ ਸੋਟੀ ਫੜ ਕੇ ਬੇਦਰਦਾ ਵਾਂਗ ਉਸ ਦੀ ਹੱਡੀ ਹੱਡੀ ਤੋੜ ਸੁੱਟੇ। ਹਰਨੇਕ ਆਪਣੀ ਥਾਂ ਔਖਾ ਤੇ ਡਰਿਆ ਬੈਠਾ ਸੀ। ਉਹ ਕਾਲਾ ਚੋਰ ਸੀ ਤੇ ਹੁਣ ਉਹ ਪਾੜ 'ਚ ਫੜੇ ਜਾਣ ਦੇ ਡਰੋਂ ਧੁੜਤਣੀਆਂ ਵੀ ਲੈਂਦਾ ਸੀ। ਜੇ ਉਸ ਨੂੰ ਪਤਾ ਹੁੰਦਾ ਕਿ ਗੱਡੀ ਜੈਬੂ ਨੇ ਲੈ ਕੇ ਜਾਣੀ ਹੈ ਤਾਂ ਉਹ ਰੂਪ ਨੂੰ ਕਦੇ ਨਾ ਲੈ ਕੇ ਆਉਂਦਾ। ਹੁਣ ਉਹ ਵਡਿੰਦੇ ਦਿਲ ਨਾਲ ਸੋਚ ਰਿਹਾ ਸੀ, ਜੈਬੂ ਲਏ ਰੁਪਈਆਂ ਬਾਰੇ ਰੂਪ ਨੂੰ ਜ਼ਰੂਰ ਪੁੱਛੇਗਾ। ਜਦ ਉਸ ਨੂੰ ਪਤਾ ਲੱਗਾ ਰੂਪ ਨੇ ਤਾਂ 1 ਪੈਸਾ ਵੀ ਨਹੀਂ ਮੰਗਿਆ, ਤਦ ਕੀ ਬਣੇਗਾ। ਉਸ ਨੂੰ ਪਤਾ ਸੀ ਕਿ ਸ਼ਰਾਬ ਪੀ ਕੇ ਜੈਬੂ ਫੈਂਟਦਾ ਵੀ ਬਹੁਤ ਬੁਰੀ ਤਰ੍ਹਾਂ ਹੈ। ਇਸੇ ਰੋਹ ਵਿੱਚ ਉਹ ਜੈਬੂ ਨੂੰ ਕੋਈ ਮੋੜ ਨਹੀਂ ਸੀ ਦੇ ਸਕਿਆ। ਉਸ ਦੇ ਲਾਗੇ ਬੈਠੇ ਕਲੀਨਰ ਨੇ ਉਸ ਨੂੰ ਸ਼ੱਕੀ ਨਜ਼ਰ ਨਾਲ ਤਾੜਿਆ, ਜਿਵੇਂ ਨੇਕ ਵਿੱਚ ਦੀ ਰੂਪ ਨੂੰ ਵੇਖ ਰਿਹਾ ਸੀ। ਜਦ ਜੈਬੂ ਦੀ ਆਸ ਮੁਤਾਬਕ ਰੂਪ ਨੇ ਇੱਕ ਵਾਰ ਵੀ ਨਜ਼ਰ ਸਾਂਝੀ ਨਾ ਕੀਤੀ, ਤਦ ਉਸ ਕੋਈ ਗੱਲ ਛੇੜਨੀ ਚਾਹੀ। ਮੈਂ ਦਿਲ ਦੀ ਗੱਲ ਕਿਵੇਂ ਕਰਾਂ? ਹਰਾਮ ਦਾ ਨੇਕਾ ਵੀ ਬਾਰੀ ਨਾਲ ਕੰਨ ਲਈ ਬੈਠਾ ਹੈ, ਸਫ਼ਰ ਵੀ ਮੁੱਕਦਾ ਜਾ ਰਿਹਾ ਹੈ। ਫਿਰ ਉਸ ਨੂੰ ਕੁਝ ਯਾਦ ਆ ਗਿਆ। ਰੂਪ, ਪਰਚੇ ਚੰਗੇ ਹੋ ਗਏ? ਪਿਛਲੇ 15 ਮਿੰਟ ਕੋਈ ਗੱਲ ਨਹੀਂ ਸੀ ਹੋਈ। ਰੂਪ ਨੇ ਸਮਝ ਲਿਆ ਸੀ ਕਿ ਸ਼ਾਇਦ ਘੰਟਾ 1.5 ਘੰਟਾ ਇਸੇ ਤਰ੍ਹਾਂ ਹੀ ਬੀਤ ਜਾਵੇ, ਪਰ ਹੁਣ ਜਵਾਬ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਸੀ। ਚੰਗੇ ਹੋ ਗਏ ਚਾਚਾ। ਰੂਪ ਨੇ ਜਾਣ ਕੇ ਉਸ ਦੇ ਦਿਲ ਦਿਮਾਗ ਤੇ ਸੱਟ ਮਾਰਨ ਲਈ ਚਾਚਾ ਸ਼ਬਦ ਵਰਤਿਆ। ਉਹ ਚਾਹੁੰਦੀ ਸੀ ਬੰਸੋ ਵਰਗੀ ਧੀ ਆਖਣ ਵਾਲੇ ਨੂੰ ਕੁਝ ਤਾਂ ਸ਼ਰਮ ਆਵੇ। ਸਾਡਾ ਲਾਹੌਰਾ ਤਾਂ ਪਾਸ ਹੁੰਦਾ ਦਿਸਦਾ ਨਹੀਂ। ਰੂਪ ਨੇ ਜਾਣ ਕੇ ਕੋਈ ਜਵਾਬ ਨਾ ਦਿੱਤਾ ਅਤੇ ਖੁੰਝੇ ਸਿਰ ਸੁੱਟ ਕੇ ਅੱਖਾਂ ਮੀਟ ਲਈਆਂ। ਭਾਵੇਂ ਉਸ ਨੂੰ ਨੀਂਦ ਨਹੀਂ ਸੀ ਆ ਰਹੀ, ਪਰ ਭੈੜੀਆਂ ਨਜ਼ਰਾਂ ਤੋਂ ਛੁਟਕਾਰੇ ਦਾ ਰਾਹ ਵੀ ਕੋਈ ਨਹੀਂ ਸੀ। ਉਸ ਦੀ ਧੜਕਣ ਨੇ ਵੀ ਅੱਕ ਕੇ ਇੱਕ ਰਵਾਨੀ ਫੜ ਲਈ ਸੀ, ਜਿਵੇਂ ਇਹ ਵਕਤ ਅੱਖਾਂ ਮਿੱਟੇ ਬਿਨਾਂ ਨਹੀਂ ਕੱਟਿਆ ਜਾਵੇਗਾ। ਅਗਾਂਹ ਪੜਨ ਦੀ ਸਲਾਹ ਹੈ? ਜੈਬੂ ਫਿਰ ਪੁੱਛ ਗਿਆ। ਮਿੱਟੀਆਂ ਅੱਖਾਂ ਨੇ ਸੁਣਿਆ ਵੀ ਅਣਸੁਣਿਆ ਕਰ ਦਿੱਤਾ। ਜੈਬੂ ਹੈਰਾਨੀ ਨਾਲ ਔਖਾ ਵੀ ਹੋ ਰਿਹਾ ਸੀ ਕਿ ਗੱਲ ਕਰਨੋਂ ਵੀ ਭੋਗ ਪੈਂਦਾ ਜਾ ਰਿਹਾ ਹੈ। ਜਿਹੜੀ ਰੂਪ ਪ੍ਰੀਖਿਆ ਪਿੱਛੋਂ ਬੱਚਿਆਂ ਲਈ ਦੀਵਾਨੀ ਹੋ ਗਈ ਸੀ, ਜੈਬੂ ਦੀ ਹਾਜ਼ਰੀ 'ਚ ਉਹਨਾਂ ਦਾ ਚੇਤਾ ਭੁੱਲਿਆ ਜਾ ਰਿਹਾ ਸੀ। ਹੁਣ ਇਸ ਦੀ ਇਹੋ ਸੋਚ ਸੀ ਕਿ ਇਸ ਜਮਦੂਤ ਤੋਂ ਕਦੋਂ ਖਹਿੜਾ ਛੁੱਟੇ। ਇੱਕ ਵਾਰ ਹੀ ਟਰੱਕ ਬ੍ਰੇਕਾਂ ਖਾ ਗਿਆ ਤੇ ਰੂਪ ਅੱਗੇ ਡਿੱਗਦੀ ਡਿੱਗਦੀ ਮਸਾਂ ਬਚੀ। ਰੂਪ ਦੀ ਬਨੌਟੀ ਊਂਘ ਟੁੱਟ ਗਈ। ਜੈਬੂ ਨਰਮੇ ਦਾ ਗੱਡਾ ਕੱਟਦਾ ਮਿੰਨਾ ਜਿਹਾ ਮੁਸਕਾ ਪਿਆ। ਉਸ ਜਾਣ ਕੇ ਟਰੱਕ ਤੇਜ਼ ਕਰਕੇ ਬ੍ਰੇਕਾਂ ਮਾਰੀਆਂ ਸਨ। ਫਿਰ ਉਸ ਬਾਰੀ ਰਾਹ ਮੂੰਹ ਕੱਢ ਕੇ ਗੱਡੇ ਵਾਲੇ ਨੂੰ ਗੰਦੀ ਗਾਲ ਦੇ ਮਾਰੀ। ਰੂਪ ਨੇ ਸੰਭਲ ਕੇ ਮੁੜ ਸੌਣ ਦਾ ਬਹਾਨਾ ਕਰ ਲਿਆ। ਰੂਪ, ਗੱਡੀ 'ਚ ਸਮੇਂ ਦਾ ਨਹੀਂ ਹੁੰਦਾ। ਜੈਬੂ ਨੇ ਰੂਪ ਨੂੰ ਇੱਕ ਹੋਰ ਝਟਕਾ ਦਿੱਤਾ। ਅੱਛਾ। ਆਖ ਰੂਪ ਨੇ ਬਾਹਰ ਵੇਖਣਾ ਸ਼ੁਰੂ ਕਰ ਦਿੱਤਾ। ਕਣਕਾਂ ਪੀਲੀਆਂ ਪੈ ਚੁੱਕੀਆਂ ਸਨ। ਜੱਟ ਕਿਸਾਨ ਸਰਵਾਂ ਵੱਢੀ ਜਾ ਰਹੇ ਸਨ। ਉਸ ਇੱਕ ਪਲ ਸੋਚਿਆ, ਜੇ ਮੇਰਾ ਕੇਸਰ ਵੀ ਵਾਹੀ ਕਰਦਾ ਹੁੰਦਾ, ਮੈਂ ਰੋਟੀ ਲੈ ਕੇ ਆਉਂਦੀ, ਉਸ ਨਾਲ ਕੰਮ ਕਰਵਾਉਂਦੀ, ਕਿੰਨੀ ਪਿਆਰੀ ਜ਼ਿੰਦਗੀ ਹੋਣੀ ਸੀ। ਅਸਾਂ ਅੱਧੀ ਖਾ ਕੇ ਗੁਜ਼ਾਰਾ ਕਰ ਲੈਂਦੇ, ਪਰ ਵਿਛੋੜਾ ਤਾਂ ਨਾ ਖੁਆਰ ਕਰਦਾ। ਹੁਣ ਬੱਚਿਆਂ ਦਾ ਮੂੰਹ ਵੇਖਣ ਨੂੰ ਵੀ ਤਰਸ ਰਹੇ ਹਾਂ। ਬੱਚਿਆਂ ਦੇ ਖਿਆਲ ਨਾਲ ਉਸ ਦਾ ਚਿਹਰਾ ਰੌਣਕੀਲਾ ਹੋ ਗਿਆ। ਪਰ ਜਦ ਉਸ ਹੌਰਨ ਦੀ ਆਵਾਜ਼ ਸੁਣੀ, ਉਸ ਨੂੰ ਆਪਾ ਅਜ਼ਰਾਈਲ ਦੇ ਕਬਜ਼ੇ 'ਚ ਜਾਪਿਆ। ਪਰ ਉਸ ਦਾ ਹੌਸਲਾ ਹਰ ਮੀਲ ਪੱਥਰ ਪਿੱਛੋਂ ਨਰੋਇਆ ਹੁੰਦਾ ਜਾ ਰਿਹਾ ਸੀ ਕਿ ਦੋਜ਼ਖ ਦੀ ਮਿਆਦ ਖਤਮ ਹੋਣ ਵਿੱਚ ਬਹੁਤੇ ਮਿੰਟ ਬਾਕੀ ਨਹੀਂ। ਸਫ਼ਰ ਮੁੱਕਦਿਆਂ ਵੇਖ ਜੈਬੂ ਦੇ ਮਨ 'ਚ ਆਈ। ਮੈਂ ਕੋਈ ਗੱਲ ਵੀ ਨਾ ਕਰ ਸਕਿਆ ਅਤੇ ਰੂਪ ਨਾਲ ਪਾਸਾ ਜੋੜ ਕੇ ਭਟਕਦੀ ਰੂਹ ਨੂੰ ਇੱਕ ਪਲ ਸ਼ਾਂਤੀ ਵੀ ਨਾ ਮਿਲੀ। ਫਿਰ ਜੇ ਮੈਂ ਐਕਸੀਡੈਂਟ ਕਰ ਦਵਾਂ, ਖਬਰੇ ਅਸੀਂ ਫੱਟੜ ਹੋ ਕੇ ਇੱਕ ਦੂਜੇ ਨਾਲ ਛੋ ਜਾਈਏ ਤਾਂ ਮਰਦੇ ਹੋਏ ਇੱਕ ਦੂਜੇ ਦੀਆਂ ਬਾਹਾਂ 'ਚ ਸਾਹ ਤੋੜ ਦਈਏ। ਉਸ ਦੀ ਛੋਹ ਭੁੱਖ ਸੋਚ ਦੀ ਇੰਤਹਾ ਕਰ ਗਈ। ਸੋਚ ਭਾਵੇਂ ਉਹ ਜ਼ਮੀਨ ਅਸਮਾਨ ਗਿਆ ਸੀ, ਪਰ ਰੂਪ ਦੇ ਸਾਊ ਚਿਹਰੇ ਅੱਗੇ ਐਸੀ ਵੈਸੀ ਆਖਣ ਦੀ ਉਸ ਨੂੰ ਜੁਰਅਤ ਨਾ ਪਈ। ਅਖੀਰ ਨੂਰਪੁਰ ਪਿੰਡ ਦਾ ਮੋੜ ਆ ਗਿਆ। ਬ੍ਰੇਕਾਂ ਲੱਗੇ ਟਰੱਕ ਵਾਂਗ ਉਸ ਨੂੰ ਆਪਣਾ ਦਿਲ ਖਲੋ ਗਿਆ ਜਾਪਿਆ। ਰੂਪ ਝੱਟ ਹੀ ਛਾਲ ਮਾਰ ਕੇ ਉਤਰ ਗਈ। ਕਲੀਨਰ ਅਤੇ ਹਰਨੇਕ ਨੇ ਸਮਾਨ ਲਾਉਣਾ ਸ਼ੁਰੂ ਕਰ ਦਿੱਤਾ। ਰੂਪ ਨੂੰ ਲੈਣ ਵਾਸਤੇ ਪਿੰਡੋਂ ਗੱਡਾ ਆਇਆ ਹੋਇਆ ਸੀ। ਅੱਛਾ ਚਾਚਾ ਜੀ, ਤੁਹਾਨੂੰ ਬੜੀ ਤਕਲੀਫ ਦਿੱਤੀ। ਰੂਪ ਨੇ ਇੱਕ ਤਰ੍ਹਾਂ ਮਨ ਮਾਰ ਕੇ ਧੰਨਵਾਦ ਵਜੋਂ ਆਖ ਦਿੱਤਾ। ਨਹੀਂ, ਤਕਲੀਫ ਕਾਹਦੀ ਏ, ਅਸੀਂ ਖਾਲੀ ਵੀ ਤਾਂ ਜਾਣਾ ਹੀ ਸੀ। ਜੈਬੂ ਰੂਪ ਕੋਲੋਂ ਹਿੱਲਣਾ ਨਹੀਂ ਸੀ ਚਾਹੁੰਦਾ। ਰੂਪ, ਜਦੋਂ ਕਦੇ ਲੋੜ ਪਵੇ ਮੈਂ ਹਾਜ਼ਰ ਹਾਂ। ਜੈਬੂ ਨੇ ਹਿੱਕ ਵੱਲ ਹੱਥ ਵਧਾਇਆ। ਇਹ ਗੱਲ ਸੁਣਦਿਆਂ ਹੀ ਹਰਨੇਕ ਦੀ ਜਾਨ ਸੁੱਕਣ ਲੱਗ ਪਈ ਕਿ ਬਸ ਭਾਂਡਾ ਭੱਜਣ ਦਾ ਸਮਾਂ ਆ ਗਿਆ। ਪਰ ਰੂਪ ਨੇ ਰਿਵਾਜ਼ਨ ਮਿਹਰਬਾਨੀ ਆਖ ਕੇ ਗੱਲ ਥਾਂ ਹੀ ਮੁਕਾ ਦਿੱਤੀ। ਸਾਰਾ ਸਮਾਨ ਗੱਡੇ 'ਚ ਰੱਖਣ ਪਿੱਛੋਂ ਨੇਕ ਨੇ ਆਪਣੇ ਚਾਚੇ ਨੂੰ ਆਖਿਆ, ਚਾਚਾ, ਮੈਂ ਤੈਨੂੰ ਅੱਗੇ ਵੀ ਆਖਿਆ ਸੀ, ਮੈਨੂੰ ਕਿਸੇ ਬੱਸ ਕੰਪਨੀ 'ਚ ਚੈੱਕਰ ਲਵਾ ਦੇ। ਭਤੀਜੇ, ਜਿਹੜੀ ਕੰਪਨੀ 'ਚ ਆਖੇ। ਖਰਚ ਵੱਲੋਂ ਥੋੜਾ ਤੰਗ ਰਹੀਦਾ, ਤੜਿਆ ਨਹੀਂ ਜਾਂਦਾ ਹੁਣ। ਕਲੀਨਰ ਮਨ 'ਚ ਕਹਿ ਗਿਆ। ਤੈਨੂੰ ਖਰਚ ਦਾ ਕੀ ਘੱਟ ਹੈ? ਫਿਰ ਉਸ ਰੂਪ ਤੇ ਨਜ਼ਰ ਜਾ ਟਿਕਾਈ।
ਰੂਪ ਗੱਡੇ ਉੱਤੇ ਬਹਿ ਗਈ। ਗੱਡੇ ਵਾਲੇ ਨੇ ਬਲਦਾਂ ਨੂੰ ਟਚਕਾਰੀ ਮਾਰ ਕੇ ਹੱਕ ਦਿੱਤਾ। ਹਰਨੇਕ ਜੈਬੂ ਨਾਲ ਦੋ ਚਾਰ ਗੱਲਾਂ ਕਰਕੇ ਗੱਡੇ ਦੇ ਪਿੱਛੇ ਭੱਜ ਪਿਆ। ਜੈਬੂ ਧੋਬੀ ਧੋਤੇ ਕੱਪੜਿਆਂ 'ਚ ਸੜਕ ਕਿਨਾਰੇ ਮੀਲ ਪੱਥਰ ਵਾਂਗ ਗੱਡਿਆ ਖਲੋਤਾ ਸੀ। ਇੱਥੋਂ ਤੱਕ ਕਿ ਹੌਲੀ ਹੌਲੀ ਤੁਰਦਾ ਗੱਡਾ ਸਰਾਂ ਦੀ ਆੜ 'ਚ ਆ ਕੇ ਅਲੋਪ ਹੋ ਗਿਆ। ਪਾਰਟੀ ਦੀ ਹਾਜ਼ਰੀ ਵਿੱਚ ਹੀ ਰੂਪ ਹਰਨੇਕ ਦੇ ਗਲ ਪੈ ਗਈ। ਤੈਨੂੰ ਇਹਦਾ ਟਰੱਕ ਲਿਆਉਣ ਨੂੰ ਕਿਹਨੇ ਆਖਿਆ ਸੀ? ਨੇਕ ਨੂੰ ਕੋਈ ਖਾਸ ਜਵਾਬ ਨਾ ਔੜਿਆ। ਚੋਰੀ ਦਾ ਸੰਸਾ ਮੁੱਕ ਜਾਣ ਪਿੱਛੋਂ ਉਸ ਸਰਲਾ ਨੂੰ ਯਾਦ ਕਰਕੇ ਮਨ ਦੀ ਤਸੱਲੀ ਸ਼ੁਰੂ ਕਰ ਦਿੱਤੀ ਕਿ ਨਵੀਂ ਵਿੱਚ ਆ ਪਈ। ਕਿਉਂ? ਆਖ ਕੇ ਉਹ ਅਵਾਕ ਹੋ ਗਿਆ। ਇਹ 10 ਨੰਬਰ ਦਾ ਬਦਮਾਸ਼ ਏ, ਤੂੰ ਇਹਦੇ ਨਾਲ ਫਿਰ ਕੇ 20 ਨੰਬਰ ਬਣੇਗਾ। ਆਹੋ ਬਣੂੰਗਾ ਤੇਰੇ ਆਖੇ, ਉਸ ਬੇਪਰਵਾਹੀ ਨਾਲ ਜਵਾਬ ਦੇ ਮਾਰਿਆ। ਤੂੰ ਘਰ ਚੱਲ ਬਾਪੂ ਕੋਲ, ਜਿਹੜਾ ਤੂੰ ਵਿਗੜਿਆ ਏ। ਰੂਪ ਨੇ ਇੱਕ ਤਰ੍ਹਾਂ ਧਮਕੀ ਦਿੱਤੀ। ਪਹਿਲੀ ਉਮਰ ਵਿੱਚ ਹੀ ਵਿਗੜ ਚੁੱਕੇ ਇਕਲੌਤੇ ਮੁੰਡੇ ਨੂੰ ਬੁੱਢਾ ਹੋ ਗਿਆ ਬਾਪ ਕੀ ਸਵਾਰ ਸਕਦਾ ਸੀ। ਨੇਕ 2 ਸਾਲਾਂ ਤੋਂ ਅਵਾਰਾ ਰਹਿ ਕੇ ਇੰਨਾ ਬੇਮੁਹਾਰ ਹੋ ਗਿਆ ਸੀ ਕਿ ਹੁਣ ਕਿਸੇ ਦੀ ਵੀ ਕੱਖ ਪਰਵਾਹ ਨਹੀਂ ਸੀ ਕਰਦਾ। ਸੰਗਤਰਿਆਂ ਦੀ ਟੋਕਰੀ ਵੇਖ ਕੇ ਰੂਪ ਨੂੰ ਬੱਚੇ ਯਾਦ ਆ ਗਏ। ਉਹ ਅੱਖਾਂ ਮੀਟ ਕੇ ਮੁਸਕਾਈ, ਜਿਵੇਂ ਬੱਚਿਆਂ ਨੇ ਰੌਲਾ ਪਾਉਂਦਿਆਂ ਉਸ ਦਾ ਅੰਗ ਅੰਗ ਖਿੱਚ ਸੁੱਟਿਆ।